ਗੁਰੂ ਦਰਬਾਰ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਨਿਤਨੇਮ ਕਰਮ ਅਨੁਸਾਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਹਾਂ। ਸਤਿਗੁਰੂ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਦੇ ਨੇ। ਉਦਮ ਉਪਰਾਲਾ ਮਨੁੱਖ ਦਾ ਹੈ। ਕਿਰਪਾ ਵਾਹਿਗੁਰੂ ਦੀ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਦਿਆਲਤਾ ਦੇ ਕਿਰਪਾਲਤਾ ਅਨੁਸਾਰ ਗੁਰਬਾਣੀ ਨੂੰ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਮਨੁੱਖ ਦੀ ਜ਼ਿੰਦਗੀ ਤਕਰੀਬਨ 3 ਭਾਗਾਂ ਦੇ ਵਿੱਚ ਵੰਡੀ ਹੋਈ ਹੈ: ਬਚਪਨਾ, ਜਵਾਨੀ ਅਤੇ ਬੁਢੇਪੇ ਦੇ ਵਿੱਚ। ਕੁਦਰਤ ਨੇ ਕੁਛ ਨਿਯਮ ਨੇ ਜਿਹੜੇ ਉਹ ਬਣਾਏ ਹੋਏ ਨੇ, ਤੇ ਨਿਯਮਾਂ ਦੇ ਵਿੱਚ ਹਰ ਇੱਕ ਮਨੁੱਖ ਨੂੰ ਚੱਲਣਾ ਹੀ ਪੈਂਦਾ ਹੈ। ਕਾਨੂੰਨ ਦੇ ਕੁਛ ਨਿਯਮ ਹੁੰਦੇ ਨੇ, ਅਗਰ ਬਾਈ ਜੇ ਕੋਈ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਬੰਦੇ ਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਦਿੱਤੀ ਜਾਂਦੀ ਹੈ। ਕੁਦਰਤ ਦੇ ਨਿਯਮ ਨੇ, ਕੁਦਰਤ ਦੇ ਨਿਯਮਾਂ ਦੀ ਜਿਹੜਾ ਬੰਦਾ ਉਲੰਘਣਾ ਕਰਦਾ ਹੈ, ਇਸ ਬੰਦੇ ਨੂੰ ਕਿਸੇ ਨਾ ਕਿਸੇ ਬਹਾਨੇ ਸਜ਼ਾ ਜ਼ਰੂਰ ਮਿਲਦੀ ਹੈ। ਉਹ ਗੱਲ ਵੱਖਰੀ ਹੈ ਕਿ ਮਨੁੱਖ ਉਸ ਨੂੰ ਮੰਨੇ ਚਾਹੇ ਨਾ ਮੰਨੇ। ਕੁਦਰਤ ਦੇ ਨਿਯਮਾਂ ਦੇ ਨਾਲ ਛੇੜਛਾੜ ਅਤੇ ਪਰਮੇਸ਼ਰ ਦਾ ਸਿਮਰਨ ਬੰਦਗੀ ਨਾ ਕਰਨਾ ਮਨੁੱਖ ਦੀ ਜ਼ਿੰਦਗੀ ਨੂੰ ਨਰਕ ਵੱਲ ਧਕੇਲ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਵਿੱਚ ਕੋਈ ਨਾ ਕੋਈ ਗੁਣ ਹੈ, ਉਹ ਅਕਸਰ ਸਮਾਜ ਦੇ ਵਿੱਚ ਤੇ ਪਰਮਾਤਮਾ ਦੇ ਘਰ ਦੇ ਵਿੱਚ ਚਮਕਦੇ ਨੇ। ਦੁਨੀਆ ਦੇ ਵਿੱਚ ਉਸੇ ਮਨੁੱਖ ਦੀ ਜ਼ਿਆਦਾ ਪੂਜਾ ਹੁੰਦੀ ਹੈ ਜਿਹੜਾ ਧਨ ਦੇ ਵਿੱਚ ਸਿਰਮੌਰ ਹੋਵੇ। ਬੜਾ ਲੋਕ ਉਸ ਦੀ ਪੂਜਾ ਕਰਦੇ ਨੇ। ਜਿਸ ਦੇ ਕੋਲ ਧਨ ਨਾ ਹੋਵੇ, ਉਹਨੂੰ ਸਮਾਜ ਦੇ ਵਿੱਚ ਪੁੱਛਦਾ ਕੋਈ ਨਹੀਂ ਹੈ। ਉਹਦੀ ਸਮਾਜ ਦੇ ਵਿੱਚ, ਸਮਾਜ ਦੀਆਂ ਨਜ਼ਰਾਂ ਦੇ ਵਿੱਚੋਂ ਕੁਛ ਵੀ ਨਹੀਂ ਰਹਿ ਜਾਂਦਾ, ਜਿਹਦੇ ਕੋਲ ਧਨ ਹੈ ਨਹੀਂ। ਤੇ ਜਿਨ੍ਹਾਂ ਦੇ ਕੋਲ ਧਨ ਹੈ, ਭਾਵੇਂ ਉਹ ਬਹੁਤ ਮਾੜੇ ਕਰਮ ਕਰਦੇ ਨੇ, ਸ਼ਰਾਬਾਂ ਪੀਂਦੇ ਨੇ, ਜੂਏ ਖਾਨਿਆਂ ਵਿੱਚ ਬਹਿੰਦੇ ਨੇ, ਵੈਸ਼ਾਲਿਆਂ ਦੇ ਵਿੱਚ ਬਹਿੰਦੇ ਹਨ, ਕਲੱਬਾਂ ਥੀਏਟਰਾਂ ਦੇ ਵਿੱਚ ਜਾਂਦੇ ਨੇ, ਔਰਤਾਂ ਤੋਂ ਨਾਚ ਕਰਵਾਉਂਦੇ ਨੇ, ਬੜਾ ਕੁਛ ਕਰਦੇ ਹਨ। ਉਹਨਾਂ ਦੀ ਸਾਰੀ ਬੁਰਿਆਈ ਸਮਾਜ ਦੇ ਸਾਹਮਣੇ ਹੈ। ਫਿਰ ਵੀ ਜਿਹੜੇ ਸਮਾਜ ਹੈ, ਉਹਨਾਂ ਦੀ ਬੜੀ ਪੂਜਾ ਕਰਦਾ ਰਹਿੰਦਾ ਹੈ। ਕਾਰਨ ਕੀ ਹੈ ਕਿ ਉਹਨਾਂ ਦੇ ਕੋਲ ਧਨ ਬਹੁਤਾ ਹੈ।
ਇੱਕ ਮਨੁੱਖ ਦੇ ਕੋਲ ਧਨ ਬਹੁਤ ਹੈ, ਇੱਕ ਮਨੁੱਖ ਦੇ ਕੋਲ ਗੁਣ ਬਹੁਤ ਨੇ। ਔਰ ਜਿਨ੍ਹਾਂ ਦੇ ਕੋਲ ਗੁਣ ਨੇ ਉਹ ਜਦ ਵੀ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੀ ਪਹਿਲੀ ਆਵਾਜ਼ ਹੁੰਦੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਐ ਮੇਰੇ ਪਰਮਾਤਮਾ, ਮੇਰੇ ਕੋਲ ਤੇ ਇੱਕ ਵੀ ਗੁਣ ਨਹੀਂ ਹੈ, ਮੇਰੀ ਸਾਰੀ ਦੀ ਸਾਰੀ ਜ਼ਿੰਦਗੀ ਅਵਗੁਣਾਂ ਨਾਲ ਭਰੀ ਪਈ ਹੈ। ਸਾਰੀ ਜ਼ਿੰਦਗੀ ਭਰੀ ਪਈ ਹੈ ਤੇ ਮੇਰੀ ਇਸ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਗੁਣਾਂ ਦੀ ਦਾਤ ਬਖਸ਼ੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਣਾਂ ਦੇ ਅਥਾਹ ਸਾਗਰ ਨੇ। ਗੁਣ ਹੀ ਗੁਣ ਨੇ, ਜਿੰਨੇ ਚਿੱਤ ਕਰਦਾ ਹੈ ਓਨੇ ਹੀ ਗੁਣ ਲੈ ਸਕਦਾ ਹੈ। ਇਹ ਤੇ ਨਿਦਾਨ ਖਜ਼ਾਨਾ ਹੈ ਤੇ ਨਿਦਾਨ ਖਜ਼ਾਨੇ ਨੂੰ ਦਿਨ ਰਾਤ ਜਿੰਨਾ ਤੇਰਾ ਚਿੱਤ ਕਰ ਜਾ ਤੂੰ ਲੁੱਟੀ ਜਾ। ਪਰ ਹੈਗੇ ਨੇ ਇਕੱਲੇ ਗੁਣ। ਜ਼ਿਆਦਾਤਰ ਮਨੁੱਖਤਾ ਜਿਹੜੀ ਹੈ ਇਹ ਅਵਗੁਣਾਂ ਨੂੰ ਤਰਜੀਹ ਦੇ ਰਹੀ ਹੈ। ਚੰਗੇ ਗੁਣ, ਚੰਗੇ ਗੁਣ ਕੀ ਨੇ? ਕਿਸੇ ਨੇ ਮਿੱਠਾ ਬੋਲਣਾ ਸਿੱਖਣਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਿੱਖੋ। ਕਿਸੇ ਨੇ ਨਿਮਰਤਾ ਦੇ ਨਾਲ ਚੱਲਣਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਿੱਖੋ। ਕਿਸੇ ਨੇ ਪਰਮਾਤਮਾ ਦੇ ਘਰ ਦੀਆਂ ਗੱਲਾਂ ਬੈਠ ਕੇ ਸੁਣਨੀਆਂ ਕਿਵੇਂ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਿੱਖੋ। ਜਦ ਵੀ ਤੇਰਾ ਚਿੱਤ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਕੋਲ ਆ। ਦੁਨੀਆਦਾਰੀ ਦੇ ਵਿੱਚ ਵਿਚਰਨਾ ਕਿਵੇਂ ਹੈ, ਜੇ ਸਿੱਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਤੋਂ ਸਿੱਖ, ਸੇਧ ਲੈ। ਸਿੱਖਣਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੇ ਸਿੱਖੀ ਤੇ ਹੈ ਹੀ ਸਿੱਖਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਵਿਚਾਰਧਾਰਾ ਸਿੱਖ, ਸਿੱਖ ਦਾ ਅਰਥ ਕੀ ਹੈ? ਸਿੱਖਣਾ। ਸਾਰੀ ਜ਼ਿੰਦਗੀ ਸਿੱਖਦੇ ਹੀ ਰਹਿਣਾ, ਕੁਛ ਨਾ ਕੁਛ ਸਿੱਖਦੇ ਹੀ ਰਹਿਣਾ। ਕਿਸ ਤੋਂ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਦਰ ਤੋਂ ਸਿੱਖਦੇ ਹੀ ਰਹਿਣਾ। ਲਗਾਤਾਰ ਸਿੱਖਦੇ ਹੀ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਤੋਂ। ਮਿੱਠਾ ਕਿਵੇਂ ਬੋਲਣਾ, ਨਿਉ ਕੇ ਕਿਵੇਂ ਚੱਲਣਾ ਹੈ, ਨਿਮਰਤਾ ਕਿਵੇਂ ਰੱਖਣੀ ਹੈ, ਖਿਮਾ ਕਿਵੇਂ ਕਰਨੀ ਹੈ, ਦਇਆ ਕਿਵੇਂ ਆਵੇਗੀ, ਸੰਤੋਖ ਕਿਵੇਂ ਆਵੇਗਾ, ਧਰਮ ਦੇ ਵਿੱਚ ਕਿਵੇਂ ਪ੍ਰਵੇਸ਼ ਕਰਾਂਗੇ, ਇਹ ਸਭ ਕੁਛ ਕਿਸ ਤੋਂ ਸਿੱਖਣਾ ਹੈ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਤੋਂ ਸਿੱਖਣਾ ਹੈ। ਇਹ ਸਭ ਦੇ ਸਭ ਗੁਣ ਨੇ, ਜਿੰਨੇ ਜੀ ਕਰਦਾ ਲਈ ਚੱਲ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਲੋਕ ਅਵਗੁਣਾ ਕੀ ਬੰਨੈ ਗੰਠੜੀ। ਗੰਠੜੀ, ਅਵਗੁਣਾਂ ਦੀ ਗੱਠੜੀ ਬੰਨੀ ਹੋਈ ਹੈ ਤੇ ਵੱਡੀ ਪੰਡ ਧਰ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ, ਛੱਡ ਕੇ ਨਹੀਂ ਜਾਂਦਾ। ਹੋਰ ਇੱਕ ਦੋ ਪੰਡਾਂ ਇੱਥੋਂ ਇਕੱਠੀਆਂ ਕਰਕੇ ਵਾਪਸ ਨਾਲ ਲੈ ਜਾਂਦਾ ਹੈ, ਛੱਡਦਾ ਨਹੀਂ ਅਵਗੁਣਾਂ ਦੀ ਗੰਠੜੀ ਨੂੰ। ਤੇ ਜਿੰਨਾ ਟਾਈਮ ਅਵਗੁਣਾਂ ਦੀ ਗੱਠੜੀ ਪਾਪਾਂ ਵਾਲੀ ਪੰਡ ਨੂੰ ਛੱਡਦਾ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਕੋਲ ਲੈਣ ਕੀ ਆਇਆ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੈਰਾਨੀਆਂ ਪੁੱਛਦੇ ਨੇ ਕਿ ਲੈਣ ਕੀ ਆਇਆ? ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਤਾਨ ਦੀਵਾਨ ਬੁਲਾਇਆ। ਗਵਾ ਕੇ ਆਏ ਹੈ, ਕੀ ਖੱਟ ਕੇ ਲੈ ਕੇ ਆਏ? ਇੱਥੇ ਲੈਣ ਕੀ ਆਇਆ ਸੀ? ਅਵਗੁਣ ਲੈਣ ਵਾਸਤੇ ਆਇਆ ਸੀ ਤਾਂ ਸਮਾਜ ਦੇ ਵਿੱਚ ਹੀ ਬਹੁਤ ਨੇ।
ਔਗਣਾਂ ਦੀਆਂ ਗੱਠੜੀਆਂ ਇਥੋਂ ਸਿਰ ਦਾ ਭਾਰ ਉਤਾਰਨ ਵਾਸਤੇ ਆਇਆ ਸੀ ਤੇ ਹੋਰ ਵੱਧ ਗਏ ਨੇ। ਤੇ ਇਹ ਤੇ ਹੋਰ ਵੱਧ ਗਏ ਨੇ। ਗੁਣ ਪਰਮੇਸ਼ਰ ਤੋਂ ਲੈਣੇ ਹਨ ਤੇ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਉਹਨਾਂ ਦੇ ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਚਰਨਾਂ ਵਿੱਚ ਕਵੀ ਆਇਆ, ਉਹਦਾ ਨਾਮ ਸੀ ਹੰਸ ਰਾਮ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ 52 ਕਵੀ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੇ ਦਰਬਾਰ ਦੇ ਵਿੱਚ ਰੱਖੇ ਸੀ, ਉਹਨਾਂ ਦੇ ਵਿੱਚ ਇਸ ਦਾ ਨਾਮ ਆਉਂਦਾ ਹੈ ਹੰਸ ਰਾਮ। ਇਹ ਕਟੋਚੀਆ ਦੇ ਰਹਿਣ ਵਾਲਾ ਸੀ। ਕਟੋਚੀਆ ਰਿਆਸਤ ਦੇ ਵਿੱਚ ਰਹਿਣ ਵਾਲਾ ਹੈ। ਇਹਦੇ ਕੋਈ ਚੰਗੇ ਕੋਈ ਵਸਤਰ ਤੇ ਬਹੁਤੇ ਨਹੀਂ ਸਨ। ਆਨੰਦਪੁਰ ਸਾਹਿਬ ਆਇਆ, ਸਿੱਖਾਂ ਨੂੰ ਕਹਿਣ ਲੱਗਿਆ ਜੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਾ। ਸਿੱਖ ਕਹਿਣ ਲੱਗੇ ਤੈਨੂੰ ਕੀ ਕੰਮ ਪੈ ਗਿਆ? ਕਹਿੰਦਾ ਜੀ ਮੈਂ ਕਵੀ ਹਾਂ। ਫਟੇ ਪੁਰਾਣੇ ਕੱਪੜੇ ਦੇਖ ਕੇ ਉਹਨੂੰ ਸਿੱਖ ਕਹਿਣ ਲੱਗੇ ਤੂੰ ਕਿਸੇ ਪਾਸੇ ਤੋਂ ਲੱਗਦਾ ਤੇ ਹੈ ਨਹੀਂ, ਤੂੰ ਕਵੀ ਹੋਵੇਂਗਾ। ਇੱਕ ਸਿੱਖ ਨੂੰ ਦਇਆ ਆ ਗਈ, ਉਹ ਕਹਿਣ ਲੱਗਿਆ ਭਾਈ ਗੁਰਮੁਖਾ ਠੀਕ ਹੈ ਤੂੰ ਕਵੀ ਹੈ, ਸ਼ਾਮ ਦੇ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਸਜਾਉਂਦੇ ਨੇ, ਉਦੋਂ ਆ ਜੀ। ਉਹ ਕਹਿਣ ਲੱਗਿਆ ਠੀਕ ਹੈ ਚਲੋ ਦੋ ਤੁਹਾਡਾ ਹੁਕਮ ਹੈ। ਦਰਬਾਰ ਸਜਿਆ, ਸਜੇ ਹੋਏ ਦਰਬਾਰ ਦੇ ਵਿੱਚ ਇੱਕ ਕਵੀ ਵੀ ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਪੇਸ਼ ਹੋਇਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਆਪ ਜੀ ਨੂੰ ਕੋਈ ਨਾ ਕੋਈ ਨਗਮਾ ਕਵਿਤਾ ਸੁਣਾਉਣੀ ਚਾਹੁੰਦਾ ਹਾਂ। ਹਾਂ ਤੇ ਮੈਂ ਆਪਣੇ ਘਰੋਂ ਬੜਾ ਗਰੀਬ। ਕਹਿੰਦੇ ਤੂੰ ਕਿੱਥੋਂ ਆਇਆ? ਕਹਿੰਦੇ ਕਟੋਚੀਆ ਤੋਂ ਆਇਆ। ਤੇਰਾ ਨਾਮ ਕੀ ਹੈ? ਕਹਿੰਦੇ ਜੀ ਮਾਂ ਔਰ ਬਾਪ ਨੇ ਤੇ ਮੇਰਾ ਨਾਮ ਰੱਖਿਆ ਸੀ ਹੰਸ ਰਾਜ, ਪਰ ਅੱਜ ਕੱਲ੍ਹ ਦੁਨੀਆ ਦੇ ਵਿੱਚ ਮੈਨੂੰ ਕੇਵਲ ਤੇ ਕੇਵਲ ਰਾਮੂ ਕਹਿ ਕੇ ਬੁਲਾਉਂਦੇ ਨੇ। ਕਾਰਨ ਘਰ ਦੇ ਵਿੱਚ ਗਰੀਬੀ ਹੈ, ਘਰ ਦੇ ਵਿੱਚ ਕੋਈ ਬਹੁਤੇ ਪਦਾਰਥ ਬਹੁਤਾ ਧਨ ਨਹੀਂ ਹੈ। ਇਸੇ ਲਈ ਜਿਹੜਾ ਮੇਰਾ ਅਸਲੀ ਨਾਮ ਹੈ ਹੰਸ ਰਾਜ, ਇਹ ਨਾਮ ਕੋਈ ਮੇਰਾ ਲੈਣਾ ਨਹੀਂ ਚਾਹੁੰਦਾ। ਅਜੋਕੇ ਸਮੇਂ 'ਤੇ ਮੈਨੂੰ ਰਾਮੂ ਰਾਜੂ ਕਹਿ ਕੇ ਬੁਲਾਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਫਿਰ ਕੀ ਸੁਣਾਓਗੇ? ਕਹਿੰਦੇ ਮਹਾਰਾਜ ਮੈਂ ਇੱਕ ਕਵਿਤਾ ਸੁਣਾਉਣੀ ਚਾਹੁੰਦਾ ਆਪ ਜੀਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਠੀਕ ਹੈ ਤੋ ਕੋਈ ਕਵਿਤਾ ਸੁਣਾ ਜੋ। ਜਾਣੀ ਜਾਣ ਸਤਿਗੁਰੂ ਮਹਾਰਾਜ ਜੀ ਭਾਵੇਂ ਫਟੇ ਪੁਰਾਣੇ ਕੱਪੜੇ ਪਾਏ ਸੀ, ਕੋਈ ਘੋੜ ਸਵਾਰੀ 'ਤੇ ਨਹੀਂ ਤੁਰ ਕੇ ਪੈਦਲ ਆਇਆ ਸੀ। ਫਟੇ ਪੁਰਾਣੇ ਕੱਪੜੇ, ਅੱਤ ਦੀ ਗਰੀਬੀ ਦਿਸ ਰਹੀ ਸੀ। ਜਿਉਂ ਹੀ ਉਹਨੇ ਕਵਿਤਾ ਸੁਣਾਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ। ਕਹਿੰਦੇ ਗੁਰਮੁਖਾ ਵਾਕਈ ਜਿਹੜਾ ਤੇਰੇ ਮਾਂ-ਬਾਪ ਨੇ ਤੇਰਾ ਨਾਮ ਰੱਖਿਆ ਸੀ ਨਾ ਹੰਸ ਰਾਜ, ਵਾਕਈ ਤੂੰ ਹੰਸ ਹੈ। ਐਡਾ ਵਧੀਆ ਗੁਣ ਹੈ ਤੇਰੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਗੋ ਬਾਗ ਹੋ ਗਏ। ਬਹੁਤ ਵਧੀਆ ਕਵਿਤਾ ਸੁਣਾਈ ਹੈ, ਕਿਉਂਕਿ ਜਿਹੜੇ ਮਨੁੱਖ ਦੇ ਕੋਲੇ ਗੁਣ ਹੋਵੇ ਉਹ ਗੁਣ ਵਾਲੇ ਦੀ ਕਦਰ ਕਰੇਗਾ।
ਉਹ ਗੁਣ ਵਾਲੇ ਦੀ ਕਦਰ ਕਰੇਗਾ। ਜਿਹਦੇ ਕੋਲੇ ਅਵਗੁਣ ਹੋਣ ਉਹ ਅਵਗੁਣ ਹਾਰੇ ਬੰਦੇ ਦੀ ਕਦਰ ਕਰੇਗਾ। ਜਿਹਦੇ ਕੋਲ ਗੁਣ ਹੈ ਉਹ ਗੁਣ ਵਾਲੇ ਦੀ ਕਦਰ ਕਰੇਗਾ। ਜਿਸ ਦੇ ਕੋਲ ਅੰਮ੍ਰਿਤ ਦੀ ਦਾਤ ਹੈ ਉਹ ਪ੍ਰੇਰਿਤ ਕਰੇਗਾ ਕਿਸੇ ਨੂੰ ਅੰਮ੍ਰਿਤ ਵਾਸਤੇ। ਜਿਹਦੇ ਕੋਲ ਆਪਣੇ ਹੈ ਨਹੀਂ, ਆਪਣੇ ਕੋਲ ਹੈ ਨਹੀਂ, ਕਿਸੇ ਨੂੰ ਕੀ ਕਰੇਗਾ। ਜਿਹਦੇ ਕੋਲ ਗੁਰਬਾਣੀ ਪੜ੍ਹਨ ਦਾ ਗੁਣ ਹੈ ਉਹ ਕਿਸੇ ਨੂੰ ਪ੍ਰੇਰਿਤ ਕਰੇਗਾ ਗੁਰਬਾਣੀ ਪੜ੍ਹਨ ਵਾਸਤੇ। ਗੁਣ ਵਾਲੇ ਦੀ ਗੁਣ ਵਾਲਾ ਕਦਰ ਕਰੇਗਾ ਕਿ ਚਲੋ ਗੁਣਾਂ ਵਾਲੇ ਦੀ ਆਪਸ ਵਿੱਚ ਦੀ ਸਾਂਝ ਵੀ ਬੜੀ ਪੈ ਜਾਂਦੀ ਹੈ, ਸਾਂਝ ਬੜੀ ਛੇਤੀ ਪੈ ਜਾਂਦੀ ਹੈ। ਕੋਈ ਬਾਣੀ ਪੜ੍ਹਨ ਵਾਲਾ ਗੁਰਮੁਖ ਹੋਵੇ ਤੇ ਜੋ ਆਪਣੇ ਘਰ ਦੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਬਾਣੀ ਪੜ੍ਹਦਾ ਹੋਵੇ, ਜੇ ਕਦੀ 2-4 ਦਿਨ ਰਿਸ਼ਤੇਦਾਰੀ ਦੇ ਵਿੱਚ ਚਲਿਆ ਜਾਵੇ, ਉੱਥੇ ਜਾ ਕੇ ਵੀ ਗੁਰਦੁਆਰੇ ਬਾਣੀ ਪੜ੍ਹਦਾ ਹੈ। ਗੁਣ ਵਾਲੇ ਦੀ ਗੁਣ ਵਾਲਾ ਕਦਰ ਕਰਦਾ ਹੈ, ਅਵਗੁਣ ਹਾਰੇ ਦੀ ਅਵਗੁਣ ਹਾਰਾ ਕਰਦਾ ਹੈ। ਸ਼ਾਮ ਦੇ ਟਾਈਮ ਕੋਈ ਸੁਨੇਹਾ ਲਾਉਣ ਦੀ ਲੋੜ ਨਹੀਂ ਪੈਂਦੀ, ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ। ਇਹ ਅਵਗੁਣ ਹਾਰੇ ਬੰਦੇ ਆਪ ਹੀ ਠੇਕਿਆਂ 'ਤੇ ਇਕੱਠੇ ਹੋ ਜਾਂਦੇ ਨੇ, ਸਾਂਝ ਬੜੀ ਬਣ ਜਾਂਦੀ ਹੈ। ਐਡੀ ਗੂੜੀ ਸਾਂਝ ਪੈ ਜਾਂਦੀ ਹੈ, ਇਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਅੱਧੀ ਰਾਤ ਦਾ ਸਮਾਂ ਕਦੋਂ ਹੋ ਗਿਆ, ਪਤਾ ਹੀ ਨਹੀਂ ਲੱਗਦਾ। ਗੁਣ ਵਾਲੇ ਦੀ ਕਦਰ ਗੁਣ ਵਾਲਾ ਬੰਦਾ ਹੀ ਕਰੇਗਾ। ਅਵਗੁਣ ਵਾਲੇ ਦੀ ਕਦਰ ਜਿਹੜੀ ਹੈ ਉਹ ਅਵਗੁਣ ਹਾਰਾ ਬੰਦਾ ਕਰੇਗਾ। ਔਰ ਇਹਨਾਂ ਦਾ ਆਪਸ ਵਿੱਚ ਦੀ ਮੇਲ ਮਿਲਾਪ ਬੜਾ ਗੂੜਾ ਹੋ ਜਾਂਦਾ ਹੈ, ਬਹੁਤ ਜਲਦੀ ਗੂੜਾ ਪਿਆਰ ਪੈ ਜਾਂਦਾ ਹੈ। ਬੜਾ ਗੂੜਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਨੇ ਹੰਸ ਰਾਜ ਨੂੰ। ਕਹਿੰਦੇ ਤੂੰ ਤੇ ਬੜਾ ਹੀ ਵੱਡਾ ਹੰਸ ਰਾਜ ਨਿਕਲਿਆ, ਬਹੁਤ ਆਨੰਦ ਆਇਆ ਤੇਰੇ ਨਗਮੇ ਸੁਣ ਕੇ। ਚੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਹੰਸ ਰਾਜ ਤੇਰੇ ਤੇ ਫਟੇ ਪੁਰਾਣੇ ਕੱਪੜੇ ਨੇ, ਪੈਰਾਂ ਵਿੱਚ ਤੇਰੇ ਜੁੱਤੀ ਨਹੀਂ ਹੈ, ਤੂੰ ਦੱਸ ਰਿਹਾ ਕਿ ਘਰ ਦੇ ਵਿੱਚ ਗਰੀਬੀ ਬਹੁਤ ਹੈ। ਕਹਿੰਦੇ ਮਹਾਰਾਜ ਭੋਜਨ ਵੀ 2 ਡੰਗ ਦਾ ਨਹੀਂ ਬਣਦਾ, ਅਤਿਅੰਤ ਗਰੀਬੀ ਹੈ। ਕਹਿੰਦੇ ਫਿਰ ਤੂੰ ਇੰਝ ਕਰ, ਤੇਰੀ ਕਵਿਤਾ ਤੇ ਅਸੀਂ ਖੁਸ਼ ਹਾਂ, ਤੂੰ ਜੋ ਵੀ ਮੰਗਣਾ ਚਾਹੇ ਤੂੰ ਮੰਗ ਸਕਦਾ ਹੈ, ਮੰਗ ਸਕਦਾ। ਐ ਹੰਸ ਰਾਮ ਜੀ ਤੁਸੀਂ ਜੋ ਮੰਗਣਾ ਚਾਹੋ ਮੰਗ ਸਕਦੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗਿਆ ਮਹਾਰਾਜ ਮੈਂ ਤੇ ਸਾਰੀ ਜ਼ਿੰਦਗੀ ਦੇ ਵਿੱਚ ਅੱਜ ਪਹਿਲੀ ਵਾਰ ਮੇਰਾ ਇੰਨਾ ਪਿਆਰਾ ਨਾਮ ਲੈਂਦੇ ਕਿਸੇ ਨੂੰ ਦੇਖਿਆ, ਵਰਨਾ ਮੇਰਾ ਕਿਸੇ ਨੇ ਨਾਮ ਨਹੀਂ ਲੈਤਾ ਸੀ ਹੰਸ ਰਾਮ। ਇੰਨਾ ਪਿਆਰ ਦੇ ਨਾਮ ਨਾਲ ਤੁਸੀਂ ਪੁਕਾਰਦੇ ਹੋ, ਚੱਲ ਤੂੰ ਜੋ ਵੀ ਮੰਗਣਾ ਹੈ ਮੰਗ। ਗੁਣ ਵਾਲੇ ਦੀ ਕਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਦੀਦਾਰੇ ਹੋ ਗਏ, ਤੁਸੀਂ ਮੇਰੀ ਕਦਰ ਕੀਤੀ, ਮੇਰੇ ਵਾਸਤੇ ਕਾਫੀ ਹੈ। ਚਲੋ ਖੁਸ਼ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ। ਆਪਣੇ ਖਜ਼ਾਨਚੀ ਨੂੰ ਕਹਿਣ ਲੱਗੇ, ਕਹਿੰਦੇ ਆਪਣੇ ਨਿਦਾਨ ਖਜ਼ਾਨੇ ਦੇ ਵਿੱਚ ਮਾਇਆ ਕਿੰਨੀ ਕੁ ਪਈ ਹੈ। ਉਹ ਕਹਿੰਦੇ ਮਹਾਰਾਜ ਮੈਂ ਦੇਖ ਕੇ ਦੱਸਦਾ। ਉਹ ਕਹਿਣ ਲੱਗਿਆ ਮਹਾਰਾਜ ਖਜ਼ਾਨੇ ਦੇ ਵਿੱਚ 18,000 ਮੋਹਰ ਪਈ ਹੈ। 18,000 ਮੋਹਰ। ਉਹਨਾਂ ਸਮਿਆਂ ਦੇ ਵਿੱਚ ਸੋਨੇ ਨਾਲੋਂ ਚਾਂਦੀ ਦੀ ਵੱਧ ਕੀਮਤ ਹੁੰਦੀ ਸੀ। ਮਹਾਰਾਜ ਚਾਂਦੀ ਦੀਆਂ 18,000 ਮੋਹਰਾਂ ਖਜ਼ਾਨੇ ਦੇ ਵਿੱਚ ਪਈਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜਿੰਨਾ ਕੁਛ ਵੀ ਖਜ਼ਾਨੇ ਦੇ ਵਿੱਚ ਪਿਆ ਹੈ ਸਾਰਾ ਕੁਛ ਚੱਕ ਕੇ ਗੱਠੜੀ ਬੰਨ੍ਹ ਕੇ ਇਹਨੂੰ ਦੇ ਦਿਓ, ਸਾਰਾ ਕੁਛ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨਿਆ ਤੇ ਖਜ਼ਾਨਚੀ ਨੇ ਗੱਠੜੀਆਂ ਭਰ ਕੇ ਤੇ ਘੋੜੇ ਤੇ ਲੱਦ ਦਿੱਤੀਆਂ, ਲੈ ਜਾ ਕਹਿੰਦੇ
सारा ही खजाना खाली करता। जदों जान लग्या तो गुरु गोबिंद सिंह महाराज कहन लगे, हंस राज जी जाओगे किस ते? कहते जी पैदल आए सी। पैदल? कहते नहीं, जाना पैदल नहीं। होर महाराज ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਜਿਹੜਾ ਪ੍ਰਸਾਦੀ ਹਾਥੀ ਹੈ ਨਾ ਸਾਡੇ ਕੋਲੇ, ਉਹ ਹਾਥੀ ਲੈ ਕੇ ਆਓ। ਉਹਨੂੰ ਸਜਾਵਟ ਕੀਤੀ ਤੇ ਪ੍ਰਸਾਦੀ ਹਾਥੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇ ਦਿੱਤਾ। ਕਹਿੰਦੇ ਤੁਰ ਕੇ ਨਾ ਜਾਵੀਂ, ਹਾਥੀ ਤੇ ਬੈਠ ਕੇ ਜਾਵੀਂ। ਹਾਥੀ ਤੇ ਬੈਠ ਕੇ ਜਾਵੀਂ। ਇਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰੇ, ਅਥਰੂ ਵਹਿ ਤੁਰੇ। ਮਹਾਰਾਜ ਮੈਂ ਤੇ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਦੁਨੀਆ ਦੇ ਇਸ ਧਰਤੀ ਦੇ ਟੁਕੜੇ ਤੇ ਇੰਨਾ ਮਾਣ ਸਤਿਕਾਰ ਕਿਤੋਂ ਮਿਲੂਗਾ। ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਸਤਿਕਾਰ ਤੁਹਾਡੇ ਘਰ ਦੇ ਵਿੱਚੋਂ ਮਿਲਿਆ ਨਾ, ਇਹ ਤੇ ਮੈਂ ਕਦੇ ਸੋਚਿਆ ਨਹੀਂ ਸੀ। ਹਾਥੀ ਦਿੱਤਾ ਕੋਲੋਂ। ਜਾਣ ਲੱਗੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਹੰਸ ਰਾਮ ਜੀ ਹੋਰ ਕਸ ਵਸਤੂ ਦੀ ਲੋੜ ਹੈ? ਕਹਿਣ ਲੱਗੇ ਮਹਾਰਾਜ 2 ਚੀਜ਼ਾਂ ਤੇ 18,000 ਮੋਹਰ ਤੇ ਹਾਥੀ ਤੇ ਤੁਸੀਂ ਮੈਨੂੰ ਬਿਨ ਮੰਗਿਆ ਦਿੱਤਾ ਹੈ। ਬਿਨ ਮੰਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਜਿਹੜੇ ਮਨੁੱਖ ਦੇ ਕੋਲ ਗੁਣ ਹੋਵੇ ਉਹਨੂੰ ਮੰਗਣ ਦੀ ਲੋੜ ਨਹੀਂ ਹੈ, ਬਿਨ ਮੰਗਿਆ ਸਭ ਕੁਝ ਮਿਲਦਾ ਹੈ। ਕੋਈ ਮੰਗਣ ਦੀ ਲੋੜ ਨਹੀਂ ਹੈ। ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਹੈ। ਇਹ ਤੇ ਮਹਾਰਾਜ ਤੁਸੀਂ ਮੈਨੂੰ ਬਿਨ ਮੰਗਿਆ ਦਿੱਤੇ ਨੇ। ਹੁਣ ਮੈਂ ਹੱਥ ਬੰਨ੍ਹ ਕੇ ਆਪ ਜੀ ਦੇ ਅੱਗਿਓਂ ਇੱਕ ਵਸਤੂ ਮੰਗਣ ਵਾਸਤੇ ਤਿਆਰ ਹੋਏ। ਇਹ ਜਿਹੜੇ ਸੁਣ ਰਹੇ ਸੀ ਅੱਧੇ ਕਿਤੇ ਸੁਣ ਕੇ ਕਹਿੰਦੇ ਲੈ ਦੱਸ, ਮੋਹਰਾਂ ਮਹਾਰਾਜ ਨੇ ਤੈਨੂੰ ਦੇ ਦਿੱਤੀਆਂ, ਹਾਥੀ ਤੈਨੂੰ ਦੇਤੇ, ਹੁਣ ਹਜੇ ਹੋਰ ਪਤਾ ਨਹੀਂ ਕੀ ਮੰਗੂਗਾ। ਗੁਰੂ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਮੈਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਦੇ ਰਹਿਣਾ, ਇਹ ਮੰਗ ਮੈਂ ਆਪ ਜੀਆਂ ਦੇ ਅੱਗੇ ਰੱਖਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਠੀਕ ਹੈ, ਤੇਰੀ ਇਹ ਅਰਦਾਸ, ਤੇਰੀ ਇਹ ਬੇਨਤੀ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਈ। ਚਲਿਆ ਗਿਆ। ਆਨੰਦਪੁਰ ਸਾਹਿਬ ਤੋਂ ਚੱਲਿਆ ਕਟੌਚੀਆਂ ਦੇ ਵਿੱਚ, ਕਿਉਂਕਿ ਤਕਰੀਬਨ ਨੈਣਾ ਦੇਵੀ ਦੇ ਪਾਸੇ ਜੇ ਤੇ ਇਹ ਰਹਿ ਗਈ ਰਿਆਸਤ ਕਟੌਚੀਆ। ਜਦੋਂ ਆਪਣੇ ਨਗਰ ਦੇ ਵਿੱਚ ਗਿਆ ਨਾ, ਉੱਥੋਂ ਦਾ ਜਿਹੜਾ ਰਾਜਾ ਸੀ ਕਿਰਪਾਲ ਚੰਦ, ਉਹ ਮਿਲ ਗਿਆ ਰਸਤੇ ਵਿੱਚ ਜਾਂਦੇ ਨੂੰ। ਹਾਥੀ ਤੇ ਬੈਠਿਆਂ ਨੂੰ ਦੇਖਿਆ, ਬੜਾ ਧਨ ਲੱਦਿਆ ਹੋਇਆ, ਮੋਹਰਾਂ ਦੇਖ ਲਈਆਂ। ਉਹ ਪੁੱਛਣ ਲੱਗਿਆ, ਕਹਿੰਦੇ ਭਾਈ ਤੂੰ ਕਿਹੜੀ ਰਿਆਸਤ ਦਾ ਰਾਜਾ ਆਇਆ? ਸਾਡੀ ਰਿਆਸਤ ਵਿੱਚ ਕਿਵੇਂ ਆਉਣਾ ਤੇਰਾ ਹੋਇਆ? ਸਾਡੀ ਰਿਆਸਤ ਦੇ ਵਿੱਚ ਤੇਰਾ ਆਉਣਾ ਕਿਵੇਂ ਹੋਇਆ? ਕਿਰਪਾਲ ਚੰਦ ਨੇ ਜਦ ਇਹ ਗੱਲ ਕਹੀ, 1-2 ਵਾਰੀ ਚੁੱਪ ਰਹੇ ਭਾਈ ਹੰਸ ਰਾਮ ਜੀ, ਤੇ ਅਕਸਰ ਉਹ ਕਹਿਣ ਲੱਗੇ, ਕਹਿੰਦੇ ਰਾਜਨ ਕਿਰਪਾਲ ਚੰਦ ਜੀ, ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਹਾਂ, ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਹਾਂ। ਤੇ ਫਿਰ ਤੂੰ ਹੈ ਕੌਣ? ਹਾਥੀ ਤੇ ਹਮੇਸ਼ਾ ਰਾਜੇ ਬਹਿੰਦੇ ਨੇ। ਉਹਨਾਂ ਸਮਿਆਂ ਦੇ ਵਿੱਚ ਹਾਥੀਆਂ ਤੇ ਰਾਜੇ ਬਹਿੰਦੇ ਹੁੰਦੇ ਸਨ ਉੱਚੇ ਹੋ ਕੇ, ਤੇ ਫੌਜਾਂ ਮਗਰ ਹੁੰਦੀਆਂ ਸਨ। ਹਾਥੀ ਜਿਹੜਾ ਸੀ ਉਹ ਰਾਜੇ ਦਾ ਅੱਗੇ ਲੱਗਿਆ ਹੁੰਦਾ ਸੀ। ਕਿਰਪਾਲ ਚੰਦ ਨੂੰ ਕਹਿਣ ਲੱਗੇ, ਮੈਂ ਕੋਈ ਕਿਸੇ ਰਿਆਸਤ ਦਾ ਰਾਜਾ ਨਹੀਂ ਹਾਂ, ਮੈਂ ਤੇ ਤੇਰੇ ਆਪਣੇ ਨਗਰ ਦਾ ਹੰਸ ਰਾਮ ਹਾਂ। ਹੰਸ ਰਾਮ ਹੈ ਕਹਿੰਦੇ, ਇੰਨੀਆਂ ਗੱਠੜੀਆਂ ਭਰੀਆਂ ਤੇਰੇ ਕੋਲੇ ਮੋਹਰਾਂ ਦੀਆਂ, ਹਾਥੀ ਤੇ ਤੂੰ ਸਵਾਰੀ ਕਰਦਾ ਹੈ, ਇੰਨੇ ਵਧੀਆ ਤੇਰੇ ਬਸਤਰ ਪਾਏ ਹੋਏ ਨੇ, ਤੂੰ ਉਹੀ ਰਾਮੂ ਹੈ? ਕਹਿੰਦੇ ਹਾਂ।
ਕਿੱਥੇ ਗਿਆ ਸੀ? ਕਹਿੰਦੇ ਮੈਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਗਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕਹਿੰਦੇ ਹਾਂ, ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦਾ ਨੌਕਰ ਹਾਂ। ਤੇ ਉੱਥੇ ਮੇਰੀ ਸੀ ਜਿਹੜੀ ਅਰਦਾਸ ਬੇਨਤੀ ਪ੍ਰਵਾਨ ਹੋ ਗਈ। ਮਹਾਰਾਜ ਨੇ ਮੈਨੂੰ ਖੁਸ਼ ਹੋ ਕੇ ਇਹ 18,000 ਮੋਹਰ ਤੇ ਇੱਕ ਹਾਥੀ ਦੇ ਦਿੱਤਾ ਕਿ ਤੂੰ ਹੁਣ ਮੰਗਦਿਆਂ ਦੀ ਤਰ੍ਹਾਂ ਨਹੀਂ, ਰਾਜਾਂ ਦੀ ਤਰ੍ਹਾਂ ਜਿਉਣਾ ਕਰ, ਰਾਜਾਂ ਦੀ ਤਰ੍ਹਾਂ ਜਿਉ। ਉਹ ਕਿਰਪਾਲ ਚੰਦ ਬੜਾ ਹੈਰਾਨ ਹੋ ਗਿਆ। ਕਹਿੰਦੇ ਕਮਾਲ ਦੀ ਗੱਲ ਹੈ ਕਿ ਜਿਹਦੇ ਘਰ ਦੇ ਵਿੱਚ ਮੰਗਤਿਆਂ ਦੇ ਕੋਲ ਇੰਨੀਆਂ ਇੰਨੀਆਂ ਮੋਹਰਾਂ ਨੇ, ਐਡੇ ਵੱਡੇ ਵੱਡੇ ਹਾਥੀਆਂ 'ਤੇ ਚੜ੍ਹਦੇ ਨੇ, ਉਹ ਆਪ ਕਿੱਡਾ ਕੁ ਵੱਡਾ ਬਾਦਸ਼ਾਹ ਹੋਵੇਗਾ ਜਿਹੜਾ ਆਪਣੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ ਇੰਨਾ ਕੁਛ ਦਿੰਦਾ ਹੈ, ਉਹ ਆਪ ਕਿੱਡਾ ਕੁ ਵੱਡਾ ਹੋਵੇਗਾ। ਜਿਸ ਨੂੰ ਨਗਰ ਦੇ ਵਿੱਚ ਕੋਈ ਸਿਆਣਦਾ ਨਹੀਂ ਸੀ, ਪਹਿਚਾਣਦਾ ਨਹੀਂ ਸੀ, ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਲਵਕੜੀ ਕੀ ਪਾਈ, ਅੱਜ ਸਾਰਾ ਨਗਰ ਉਸ ਦੀ ਪੂਜਾ ਕਰਦਾ ਹੈ। ਐ ਹੰਸ ਰਾਜ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੈਨੂੰ ਬਾਦਸ਼ਾਹ ਬਣਾਇਆ ਨਾ, ਹੁਣ ਸਾਨੂੰ ਨਾਲ ਲਿਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਵਾ ਕੇ ਲਿਆ, ਤਾਂ ਵੀ ਅਸੀਂ ਵੀ ਜ਼ਿੰਦਗੀ 4 ਦਿਨਾਂ ਦੀ ਰਾਜਾਂ ਦੀ ਤਰ੍ਹਾਂ ਜਿਉਣਾ ਸ਼ੁਰੂ ਕਰੀਏ। ਸਾਨੂੰ ਵੀ ਪਤਾ ਲੱਗੇ ਕਿ ਰਾਜਾਂ ਦੀ ਤਰ੍ਹਾਂ ਜ਼ਿੰਦਗੀ ਕਿਵੇਂ ਜਿਉਣੀ ਹੈ। ਅਸੀਂ ਤੇ ਬੜੇ ਦੁਖੀ ਹਾਂ। ਫਿਰ ਕਿਰਪਾਲ ਚੰਦ ਰਾਜੇ ਨੂੰ, ਸਾਰੇ ਨਗਰ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਆਉਂਦਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਇੱਕ ਗੁਣ ਸੁਣ ਕੇ, ਇੱਕ ਕਵਿਤਾ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਲਵਕੜੀ ਪਾਈ ਹੈ। ਇੱਕ ਗੁਣ ਸੀ ਇਹਦੇ ਕੋਲ। ਘਰ ਵਿੱਚ ਅੰਤ ਦੀ ਗਰੀਬੀ ਸੀ, ਬਸਤਰ ਕੋਈ ਚੰਗੇ ਨਹੀਂ ਸੀ, ਆਇਆ ਵੀ ਤੁਰ ਕੇ ਸੀ, ਕੁਛ ਵੀ ਨਹੀਂ ਸੀ, ਪਰ ਇਹਦੇ ਕੋਲੇ ਕਾਰਨ ਕੀ ਸੀਗਾ? ਇੱਕ ਕਵਿਤਾ ਦਾ ਨਗਮਾ ਇਸ ਦੇ ਅੰਦਰੋਂ ਫੁੱਟਿਆ ਸੀ। ਤੇ ਗੁਣ ਦੀ ਕਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਣਾਂ ਦੀ ਕਦਰ ਕਰਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਗੁਣ ਨੇ ਇਹ ਹਰ ਇੱਕ ਮਨੁੱਖ ਦੇ ਦੇਹੀ ਦੇ ਅੰਦਰ ਪਾਏ ਹੋਏ ਨੇ, ਪਰ ਇਹਨਾਂ ਗੁਣਾਂ ਦੀ ਜਿਹੜੀ ਹੈ ਕਦਰ ਕੋਈ ਵਿਰਲਾ ਵਿਰਲਾ ਕਰਦਾ ਹੈ। ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੋਵੇ, ਤੇ ਜਿਨ੍ਹਾਂ ਦੇ ਕੋਲ ਅਵਗੁਣਾਂ ਦੀਆਂ ਗੱਠੜੀਆਂ ਨੇ, ਉਹ ਤੇ ਆਪਣੇ ਸਿਰਾਂ 'ਤੇ ਭਾਰ ਚੁੱਕ ਕੇ ਸਾਰੀ ਦੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ, ਸਾਰੀ ਦੀ ਸਾਰੀ ਜ਼ਿੰਦਗੀ ਮੰਗਤਿਆਂ ਦੀ ਤਰ੍ਹਾਂ ਬਤੀਤ ਕਰਦੇ ਨੇ। ਜਿਨ੍ਹਾਂ ਦੇ ਕੋਲ ਗੁਣ ਹੈ, ਗੁਣ ਸਾਰੀਆਂ ਦੇਹਾਂ ਦੇ ਵਿੱਚ ਨੇ, ਸਭ ਦੇ ਕੋਲ ਨੇ, ਪਰ ਇਹਨਾਂ ਦੀ ਗੁਣਾਂ ਦੀ ਜਿਹੜੀ ਹੈ ਇਹ ਕਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਿਲਕੁਲ ਕਰਦੇ ਹਨ, ਬੜੀ ਕਦਰ ਕਰਦੇ ਨੇ। ਪਰ ਲੋਕ ਅਵਗੁਣਾਂ ਦੀ ਕਦਰ ਕਰਦੇ ਨੇ। ਝੂਠੇ ਬੰਦਿਆਂ ਨੂੰ ਪੂਜਿਆ ਜਾਂਦਾ ਹੈ, ਸਮਾਜ ਦੇ ਵਿੱਚ ਉਹਨਾਂ ਦਾ ਨਾਮ ਲੈਤਾ ਜਾਂਦਾ ਹੈ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਗੁਣ ਵਾਲੇ ਦੀ ਪੂਜਾ ਕੌਣ ਕਰਦਾ ਹੈ? ਗੁਣ ਵਾਲੇ ਦੀ ਪੂਜਾ, ਗੁਣ ਵਾਲੇ ਦੀ ਕਦਰ ਉਹੀ ਕਰੇਗਾ ਜਿਹਦੇ ਕੋਲ ਆਪਣੇ ਕੋਲ ਗੁਣ ਹੋਣ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇਰੀ ਇਸ ਦੇਹੀ ਦੇ ਵਿੱਚ ਬੜੇ ਗੁਣ ਪਾਏ ਹੋਏ ਨੇ, ਔਰ ਉਹਨਾਂ ਗੁਣਾਂ ਨੂੰ ਤੂੰ ਇਸ ਸਮਾਜ ਦੇ ਵਿੱਚ ਆਪਣੇ ਜੀਵਨ ਕਾਲ ਦੇ ਅੰਦਰ ਪ੍ਰਗਟ ਰੂਪ ਦੇ ਵਿੱਚ ਲੈ ਕੇ ਆ। ਤਾਂ ਮਨੁੱਖ ਬਾਕੀ ਸਭ ਕੁਝ ਕਰ ਲੈਂਦਾ ਹੈ, ਸਾਰੀ ਜ਼ਿੰਦਗੀ ਗੁਰਬਾਣੀ ਪੜ੍ਹਨੀ ਨਹੀਂ ਸਿੱਖਦਾ। ਗੁਰਬਾਣੀ ਪੜ੍ਹਨੀ ਸਿੱਖਣੀ ਇੱਕ ਗੁਣ ਹੈ, ਗੁਰਬਾਣੀ ਸੁਣਨੀ ਸਿੱਖ ਲੈਣੀ ਇੱਕ ਗੁਣ ਹੈ, ਕਥਾ ਸੁਣ ਲੈਣੀ ਇੱਕ ਗੁਣ ਹੈ, ਕਥਾ ਕਰ ਲੈਣੀ ਗੁਣ ਹੈ। ਇਹ ਬੜੇ ਤਰ੍ਹਾਂ ਦੇ ਗੁਣ ਨੇ, ਪਰ ਇਹਨਾਂ ਗੁਣਾਂ ਦਾ ਪੱਕੇ ਰੂਪ ਦੇ ਵਿੱਚ ਗਾਹਕ ਨਹੀਂ ਬਣਦਾ ਕੋਈ, ਜਿਸ ਤਰ੍ਹਾਂ ਅਵਗੁਣਾਂ ਦਾ ਪੱਕੇ ਰੂਪ ਦੇ ਵਿੱਚ ਗਾਹਕ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਹਰ ਇੱਕ ਮਨੁੱਖ ਦੇ ਵਿੱਚ ਗੁਣ ਹੈਗੇ ਨੇ, ਤੇ ਗੁਣਾਂ ਵਾਲਿਆਂ ਦੀ ਕਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਹਰ ਇੱਕ ਦੇਹੀ ਦੇ ਵਿੱਚ ਇਹ ਗੁਣਾਂ ਦੀ ਜਿਹੜੀ ਹੈ ਦਾਤ ਪਾਵਨ, ਤੇ ਅਵਗੁਣ ਜਿਹੜੇ ਨੇ
पर मनुख नूं इत्थे एक कर्म करना पैंदा भी जिन्नियां अवगुण दीयां गठड़ियां ने वो सारियां गुरु ग्रंथ साहिब के चरणों में रखनियां पैंदियां ने। फिर किते गुणां दी दात अगाहां जाके मिलती है तो मनुख ये पकड़ छड्डनी नहीं चाहुंदा अवगुणां वाली। जिन्ना चिर ये पकड़ नहीं छड्डदा उन्ना टाइम गुण की दात कदे झोली दे विच नहीं पैनी। तो गुरु साहिब जी महाराज जियां दे घर विच गुणां की बड़ी कदर की जाती है। गुरु साहिब जी महाराज किरपा करन। समाप्ति का समा। भुल्लां चुक्कां दी खिमा आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा वाहिगुरू जी की फतेह।